Dear students, today our topic is merge price protection for transformers. We will discuss in this topic construction, working and condition of merge price protection. How can we implement this protection? That conditions we discuss in this topic. Merge price differential protection for transformer. की है देखो कहता मर्ज प्राइस डिफरेंशियल प्रोटेक्शन इज यूज्ड टू प्रोटेक्ट द ट्रांसफार्मर फ्रॉम इंटरनल शॉर्ट सर्किट इंटरनल ग्राउंड फॉल्ट्स एंड इंटरनल टर्न शॉर्ट्स मतलब तीन तरह के फॉल्ट्स ਜਿਹੜੇ ਆਪਾਂ ਮੇਨ ਜਿਹੜੇ ਇਹਦੇ ਵਿੱਚ ਆਪਾਂ ਪ੍ਰੋਟੈਕਟ ਕਰਦੇ ਹੈਗੇ ਆ ਇੱਕ ਹੈ ਇੰਟਰਨਲ ਸ਼ਾਰਟ ਸਰਕਟ ਮਤਲਬ ਕਿਸੇ ਵਾਈਂਡਿੰਗ ਦੇ ਅੰਦਰ ਇੰਟਰਨਲੀ ਕੋਈ ਆਪਸ ਵਿੱਚ ਸ਼ਾਰਟ ਸਰਕਟ ਹੋ ਜਾਵੇ ਜਾਂ ਕੋਈ ਇੰਟਰਨਲ ਗਰਾਊਂਡ ਫਾਲਟ ਮਤਲਬ ਟਰਾਂਸਫਾਰਮਰ ਦੇ ਅੰਦਰ ਕੋਈ ਵਾਈਂਡਿੰਗ ਜਿਹੜੀ ਆ ਗਰਾਊਂਡ ਨਾਲ ਟੱਚ ਕਰ ਜਾਵੇ ਗਰਾਊਂਡ ਫਾਲਟ ਕ੍ਰੀਏਟ ਹੋ ਜਾਵੇ ਜਾਂ ਇੰਟਰਨਲ ਟਰਨ ਸ਼ਾਰਟਸ ਜਾਂ ਜਿਹੜੀਆਂ ਵਾਈਂਡਿੰਗਸ ਆ ਉਹਦੀਆਂ ਟਰਨਸ ਜਿਹੜੀਆਂ ਇੱਕ ਵਾਈਂਡਿੰਗ particular ਇੱਕ ਵਾਈਂਡਿੰਗ ਉਹਦੀਆਂ ਆਪਸ ਵਿੱਚ ਟਰਨਸ ਜਿਹੜੀਆਂ ਉਹ ਸ਼ਾਰਟ ਹੋ ਜਾਣ ਤਾਂ ਉਹ ਪ੍ਰੋਟੈਕਸ਼ਨ ਲਈ ਆਪਾਂ ਉਸ ਚੀਜ਼ ਨੂੰ ਪ੍ਰੋਟੈਕਟ ਕਰਨ ਲਈ ਆਪਾਂ ਇਹ ਪ੍ਰੋਟੈਕਸ਼ਨ ਜਿਹੜੀ ਆ ਯੂਜ਼ ਕਰਦੇ ਹੈਗੇ ਆ ਕਹਿੰਦਾ ਮਰਜ ਪ੍ਰਾਈਸ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਇਜ਼ ਨਥਿੰਗ ਬਟ ਏ ਪਰਸੈਂਟੇਜ ਡਿਫਰੈਂਸ਼ੀਅਲ ਪ੍ਰੋਟੈਕਸ਼ਨ ਵਿਚ ਵਰਕਸ ਅੰਡਰ ਦਾ ਪ੍ਰਿੰਸੀਪਲ ਆਫ ਸਰਕੂਲੇਟਿੰਗ ਕਰੰਟ ਸਕੀਮ ਜਿੱਦਾਂ ਕਿ ਆਪਾਂ ਆਲਟਰਨੇਟਿਵ ਵਿੱਚ ਪੜ੍ਹਿਆ ਹੈਗਾ ਮਰਜ ਪ੍ਰਾਈਸ ਪ੍ਰੋਟੈਕਸ਼ਨ ਸੇਮ ਉਸੇ ਤਰ੍ਹਾਂ ਹੀ ਇਹ ਵੀ ਜਿਹੜੀ ਹੈ ਕਰੰਟ ਦੀ ਸਰਕੂਲੇਸ਼ਨ ਜਿਹੜੀ ਹੁੰਦੀ ਆ ਵਾਈਂਡਿੰਗਸ ਦੇ ਵਿੱਚੋਂ ਦੀ ਹੋਏਗੀ ਉਹਦੀ ਜਿਹੜੀ ਡਿਫਰੈਂਸ਼ੀਅਲ ਕੈਲਕੂਲੇਸ਼ਨ ਹੈ ਉਹਦੇ ਬੇਸ ਉੱਤੇ ਇਹ ਜਿਹੜੇ ਲੇ ਆ ਇਹ ਵਰਕ ਕਰਦੀ ਹੈਗੀ ਆ ਕਨੈਕਸ਼ਨ ਡਾਇਗਰਾਮ ਇਹ ਕਨੈਕਸ਼ਨ ਡਾਇਗਰਾਮ ਤੁਸੀਂ ਪਹਿਲਾਂ ਵੀ ਦੇਖਿਆ ਕਿ ਇਹਦੇ ਵਿੱਚ ਆਲਟਰਨੇਟਰਸ ਦੇ ਵਿੱਚ ਸੇਮ ਕਨੈਕਸ਼ਨ ਜਿਹੜੇ ਇਹਦੇ ਵਿੱਚ ਕਰਦੇ ਆ ਪਰ ਫਰਕ ਕੀ ਹੈ ਆਲਟਰਨੇਟਰ ਦੇ ਵਿੱਚ ਜਿਹੜੀ ਵਾਈਂਡਿੰਗਸ ਹੁੰਦੀਆਂ ਉਹ ਇੱਕ ਸਿੰਗਲ ਵਾਈਂਡਿੰਗਸ ਮਤਲਬ 3 ਫੇਸ ਵਿੱਚ 3 ਵਾਈਂਡਿੰਗਸ ਹੁੰਦੀਆਂ ਬਟ ਸਟੇਟਰ ਵਾਈਂਡਿੰਗਸ ਜਿਹੜੀਆਂ ਹੁੰਦੀਆਂ ਹੈਗੀਆਂ ਜੇ ਇਹਦੇ ਵਿੱਚ ਦੇਖੋ ਇਹ ਟਰਾਂਸਫਾਰਮਰ ਹੈ ਇਸ ਕਰਕੇ ਇਹਦੀਆਂ ਦੋ ਵਾਈਂਡਿੰਗ ਇੱਕ ਪ੍ਰਾਇਮਰੀ ਸਾਈਡ ਤੇ ਦੂਜੀ ਸੈਕੰਡਰੀ ਸਾਈਡ ਪ੍ਰਾਇਮਰੀ ਸਾਈਡ ਇਹ ਜਿਹੜੀ ਡਾਇਗਰਾਮ ਬਣੀ ਇਹਦੇ ਵਿੱਚ ਦੇਖੋ ਤੁਸੀਂ ਪ੍ਰਾਇਮਰੀ ਸਾਈਡ ਵੀ ਸਟਾਰਸ ਵਿੱਚ ਡੈਲਟਾ ਵਿੱਚ ਕਨੈਕਟ ਕੀਤੀ ਹੋਈ ਆ ਔਰ ਸੈਕੰਡਰੀ ਸਾਈਡ ਵੀ ਜਿਹੜੀ ਉਹ ਡੈਲਟਾ ਵਿੱਚ ਕਨੈਕਟ ਮਤਲਬ ਜਿਹੜਾ ਟਰਾਂਸਫਾਰਮਰ ਆ ਪਾਵਰ ਟਰਾਂਸਫਾਰਮਰ ਜਿਹਦੀ ਆਪਾਂ ਪ੍ਰੋਟੈਕਸ਼ਨ ਦੇਣੀ ਆ ਇਹ ਦੋਨੇ ਸਾਈਡ ਜਿਹੜੀਆਂ ਨੇ ਉਹ ਡੈਲਟਾ ਵਿੱਚ ਉਹਦੇ ਕਨੈਕਸ਼ਨਸ ਕੀਤੇ ਹੋਏ ਆ ਤੇ ਸੇਮ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਦਿਖਾਇਆ ਸੀ ਆ ਆਲਟਰਨੇਟਰ ਵਾਲੇ ਕੇਸ ਇਹਦੇ ਵਿੱਚ ਸੇਮ ਦੇਖੋ 3 ਟਰਾਂਸਫਾਰਮਰ ਰਾਈਟ ਸਾਈਡ ਤੇ 3 ਟਰਾਂਸਫਾਰਮਰ ਲੈਫਟ ਸਾਈਡ ਦੇ ਮਤਲਬ ਇੱਕ ਫੇਜ਼ ਦੇ ਵਿੱਚ 2 ਟਰਾਂਸਫਾਰਮਰਸ ਲੱਗਦੇ ਆ ਸਿਟੀ ਜਿਹੜੇ ਆ ਇੱਕ ਫੇਜ਼ 'ਚ 2 ਆਰ 'ਚ 2 ਲੱਗੇ ਆ ਵਾਈ 'ਚ 2 ਲੱਗੇ ਆ ਤੇ ਬੀ 'ਚ 2 ਲੱਗੇ ਮਤਲਬ 3 ਫੇਜ਼ 6 ਟਰਾਂਸਫਾਰਮਰ ਆਇਡੈਂਟੀਕਲ ਟਰਾਂਸਫਾਰਮਰ ਹੁੰਦੇ ਆ ਇਹਨਾਂ ਦੀ ਸਪੈਸੀਫਿਕੇਸ਼ਨ ਸੇਮ ਹੁੰਦੀ ਸਾਰੇ ਟਰਾਂਸਫਾਰਮਰਸ ਦੀ ਆਇਡੈਂਟੀਕਲ ਇਹਨੂੰ ਕਹਿੰਦੇ ਆ ਇਹ ਜਿਹੜੇ ਆਇਡੈਂਟੀਕਲ ਟਰਾਂਸਫਾਰਮਰਸ ਨੇ ਇਹ ਆਪਾਂ ਕਨੈਕਟ ਕੀਤੇ ਆ ਦੇਖੋ ਸਟਾਰ ਦੇ ਵਿੱਚ ਲੈਫਟ ਬੈਂਕ ਵੀ ਸਟਾਰ 'ਚ ਕਨੈਕਟ ਕੀਤਾ ਹੋਇਆ ਔਰ ਰਾਈਟ ਬੈਂਕ ਵੀ ਜਿਹੜਾ ਸਟਾਰ 'ਚ ਕਨੈਕਟ ਕੀਤਾ ਔਰ ਦੋਨਾਂ ਦੇ ਸਟਾਰ ਪੁਆਇੰਟਸ ਜਿਹੜੇ ਆ ਦੇਖੋ ਆਪਾਂ ਅਰਥ ਕੀਤੇ ਔਰ ਇੱਕ ਕਨੈਕਸ਼ਨ ਉੱਥੋਂ ਲੈ ਲਿਆ ਤੇ ਜਿਹੜੇ ਥੱਲੇ ਪਾਸੇ ਰਿਲੇ ਲਾਈਆਂ ਇਹ ਰਿਲੇ ਕੋਇਲ ਕੀ ਆ ਜਿਹੜੀ ਇਹ ਰਿਲੇ ਦੀ ਟ੍ਰਿਪਿੰਗ ਕੋਇਲ ਆ ਉਹ ਆਪਾਂ ਇੱਥੇ ਸਪਲਾਈ ਦਿੱਤੀ ਆ ਔਰ ਤਿੰਨੇ ਟ੍ਰਿਪਿੰਗ ਕੋਇਲ ABC ਤਿੰਨੇ ਟ੍ਰਿਪਿੰਗ ਕੋਇਲ ਜਿਹੜੀਆਂ ਉਹ ਪੈਰਲਲ 'ਚ ਜੁੜੀਆਂ ਹੋਈਆਂ ਉਹਨਾਂ ਜਿਹੜੇ ਕਨੈਕਸ਼ਨ ਦੇ ਉੱਪਰ ਹੁੰਦੇ ਉੱਪਰਲੇ ਪਾਸੇ ਦੇਖੋ ਸਟਾਰ ਦੇ 3 ਕਨੈਕਸ਼ਨ ਹੋਣੇ ਪਹਿਲੀ ਰਿਲੇ ਆਰ ਵਾਲੀ ਰਿਲੇ ਆਰ ਨਾਲ ਜੁੜੀ ਹੋਈ ਆ ਵਾਈ ਵਾਈ ਰਿਲੇ ਦੋਨੇ ਸਾਈਡਾਂ ਦੀ ਵਾਈ ਵਾਈ ਨਾਲ ਜੁੜੀ ਆਪਸ ਜੁੜੀਆਂ ਤੇ ਬੀ ਵਾਲੀਆਂ ਜਿਹੜੀਆਂ ਉਹ ਆਪਸ ਜੁੜੀਆਂ ਔਰ ਦੂਸਰੇ ਪੁਆਇੰਟਸ ਜਿਹੜੇ ਸ਼ਾਰਟ ਕੀਤੇ ਹੋਏ ਆ ਜਿਹੜੇ ਨਿਊਟਰਲ ਪੁਆਇੰਟਸ ਨੇ ਉਹਨਾਂ ਨੂੰ ਆਪਾਂ ਅਰਥ ਕੀਤਾ ਹੋਇਆ ਹੁਣ ਟੋਟਲ 4 ਪੁਆਇੰਟਸ ਬਣ ਗਏ ਚਾਰਾਂ 'ਚੋਂ ਇੱਕ ਅਰਥ ਪੁਆਇੰਟ ਬਣ ਗਿਆ ਤਿੰਨੇ ਕੋਇਲਸ ਜਿਹੜੀਆਂ ਰਿਲੇ ਦੀਆਂ ਆਪਾਂ ਉਹਦੇ ਨਾਲ ਕਨੈਕਟ ਕਰ ਦਿੱਤੀਆਂ ਤੇ ਉਹ ਰਿਲੇ ਦੇ ਉੱਪਰਲੇ ਪਾਸੇ ਤੁਸੀਂ ਦੇਖੋ ਤਿੰਨੇ ਫੇਜ਼ਸ ਨਾਲ ਇੱਕ ਜਿਹੜੀ ਰਿਲੇ ਦੀ ਜਿਹੜੀ ਆ ਕੋਇਲ ਆ ਉਹ ਕਨੈਕਟ ਕੀਤੀ ਹੋਈ ਇਸ ਤਰ੍ਹਾਂ ਦੇ ਕਨੈਕਸ਼ਨਸ ਨਾਲ ਮਤਲਬ ਬਹੁਤ ਸਿੰਪਲ ਜੀ ਡਾਇਗਰਾਮ ਦੇਖੋ ਤੁਸੀਂ ਈਜ਼ੀਲੀ ਸਮਝ ਲਓਗੇ ਬਾਕੀ ਇਹਨੂੰ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਵਰਕਿੰਗ ਜਿਹੜੀ ਇਹਦੀ ਬਹੁਤ ਸਿੰਪਲ ਹੈ ਜਿੱਦਾਂ ਕਿ ਆਪਾਂ ਆਲਟਰਨੇਟਿਵ ਵਿੱਚ ਵਰਕਿੰਗ ਦੇਖੀ ਸੀ ਉਹ ਸੇਮ ਉਸੇ ਤਰ੍ਹਾਂ ਹੀ ਆ ਆਪਾਂ ਡਿਸਕਸ ਕਰਦੇ ਹਾਂ ਦੇਖੋ ਪਹਿਲਾਂ ਜੋ ਕੰਸਟਰਕਸ਼ਨ ਦੀ ਡਿਟੇਲ ਇਹਨੇ ਦਿੱਤੀ ਹੋਈ ਜਿੱਦਾਂ ਕਹਿੰਦਾ ਕਿ 2 end of the transformer both primary and secondary is connected with the current transformers ਕਹਿੰਦਾ ਦੋਨੋਂ ਐਂਡਸ ਪ੍ਰਾਇਮਰੀ ਤੇ ਸੈਕੰਡਰੀ ਜਿਹੜੇ ਆ ਉਹ ਕਰੰਟ ਟਰਾਂਸਫਾਰਮਰਸ ਦੇ ਨਾਲ ਅਟੈਚ ਹੈਗੇ ਆ ਜੁੜੇ ਹੋਏ ਆ that output of current transformer is given as shown in figure ਮਤਲਬ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਕਰੰਟ ਟਰਾਂਸਫਾਰਮਰ ਦੀਆਂ ਆਊਟਪੁੱਟਸ ਜਿਹੜੀਆਂ ਉਹ ਆਪਾਂ ਬਾਹਰ ਕੱਢ ਲੈਂਦੇ ਆ ਸੈਕੰਡਰੀਜ਼ ਦੀਆਂ ਕਰੰਟ ਟਰਾਂਸਫਾਰਮਰ ਦੀ ਸੈਕੰਡਰੀ ਜਿਹੜੀ ਆ ਉਹਦੀਆਂ ਆਊਟਪੁੱਟਸ ਆਪਾਂ ਬਾਹਰ ਕੱਢੀਆਂ ਹੋਈਆਂ ਉਹਦੇ ਕਨੈਕਸ਼ਨ ਤੁਸੀਂ ਡਾਇਗਰਾਮ 'ਚ ਦੇਖੇ ਹੋਏ ਆ ਕਹਿੰਦਾ the relay operating coil A, B, C is connected with respect to each phase at the CT neutral terminal ਮਤਲਬ ਕਹਿੰਦਾ A, B, C ਜਿਹੜੀਆਂ ਰਿਲੇ ਦੀਆਂ ਕੋਇਲਸ ਆ ਜਿਹੜੀ ਟ੍ਰਿਪਿੰਗ ਰਿਲੇ ਦੀਆਂ ਕੋਇਲਸ ਨੇ ਉਹ ਕਹਿੰਦਾ ਇੱਕ ਤਾਂ ਰਿਸਪੈਕਟਿਵ ਫੇਜ਼ਸ ਦੇ ਨਾਲ ਲੱਗੀਆਂ ਹੋਈਆਂ ਜਿਹੜੇ ਵੀ ਉਹਦਾ ਮਤਲਬ ਆਰ ਵਾਲੀ ਕੋਇਲ ਆਰ ਨਾਲ ਲੱਗੀ ਆ ਵਾਈ ਵਾਲੀ ਵਾਈ ਨਾਲ ਲੱਗੀ ਸੀ ਤੇ ਬੀ ਵਾਲੀ ਬੀ ਨਾਲ
ਤਿੰਨੇ ਜਿਹੜੀਆਂ ਉਹ ਕੁਆਇਲ ਜਿਹੜੀਆਂ ਆਪਣੇ ਆਪਣੇ ਲੱਗੀਆਂ, ਇੱਕ ਇੱਕ ਟਰਮੀਨਲ ਵਾਲਾ ਉਧਰ ਪਾਸੇ ਲੱਗਾ ਤੇ ਦੂਜਾ ਜਿਹੜਾ ਨਿਊਟਰਲ ਦੇ ਨਾਲ ਜਿਹੜਾ ਥਰਡੇ ਪਾਸੇ ਤੁਸੀਂ ਦੇਖਿਆ ਡਾਇਗਰਾਮ ਦੇ ਵਿੱਚ ਸੀਟੀ ਦੀ ਨਿਊਟਰਲ ਆ, ਇੱਕ ਇੱਕ ਪੁਆਇੰਟ ਜਿਹੜਾ ਉਹਦੇ ਨਾਲ ਲੱਗਾ। ਮਤਲਬ ਇਸ ਤਰ੍ਹਾਂ ਰਿਲੇ ਦੇ ਕਨੈਕਸ਼ਨ, ਮਤਲਬ ਰਿਲੇ ਦਾ ਕਨੈਕਸ਼ਨ ਜਿਹੜਾ ਕੱਲੀ ਕੱਲੀ ਰਿਲੇ ਲੱਗੀ ਹੈ, ਇੱਕ ਫੇਜ਼ ਇੱਕ ਨਿਊਟਰਲ, ਇੱਕ ਪਾਸੇ ਫੇਜ਼ ਇੱਕ ਪਾਸੇ ਨਿਊਟਰਲ, ਇੱਕ ਪਾਸੇ ਫੇਜ਼ ਔਰ ਇੱਕ ਪਾਸੇ ਨਿਊਟਰਲ। ਕਹਿੰਦਾ ਹੈ ਦਾ ਵੈਕਟਰ ਸਮ ਆਫ ਕਰੰਟ ਆਫ ਈਚ ਫੇਜ਼ ਇਜ਼ ਇਕੁਅਲ ਟੂ 0। ਮਤਲਬ ਨਾਰਮਲ ਕੰਡੀਸ਼ਨ ਵਿੱਚ ਵੈਕਟਰ ਸਮ ਜਿਹੜਾ ਆ ਸਿਟੀਜ਼ ਦੇ ਜਿਹੜਾ ਟਰਾਂਸਫਾਰਮਰਸ ਦਾ ਹੈਗਾ ਫੇਜ਼ਸ ਦਾ ਹੈਗਾ ਉਹ 0 ਹੁੰਦਾ, ਤਾਂ ਹੈਂਸ ਨੈਟ ਕਰੰਟ ਥਰੂ ਦਾ ਰਿਲੇ ਆਪਰੇਟਿੰਗ ਕੋਇਲ ABC ਇਜ਼ 0। ਹੁਣ ਕਿਉਂਕਿ ਵੈਕਟਰ ਸਮ ਹੀ 0 ਆ, ਇਸ ਕਰਕੇ ਕਰੰਟ ਟਰਾਂਸਫਾਰਮਰ 'ਚ ਕੋਈ ਕਰੰਟ ਨਹੀਂ ਫਲੋ ਕਰ ਰਿਹਾ, ਇਸ ਕਰਕੇ ਸਾਡੇ ਰਿਲੇ ਨੂੰ ਜਿਹੜਾ ਕੋਈ ਕਰੰਟ ਨਹੀਂ ਆ ਰਿਹਾ ਹੈਗਾ। ਕਹਿੰਦਾ ਰਿਲੇ ਬਿਕਮ ਇਨ ਆਪਰੇਟਿਵ ਕਦੋਂ? ਡਿਊਰਿੰਗ ਐਬਨੋਰਮਲ ਕੰਡੀਸ਼ਨ। ਕਦੋਂ? ਦਾ ਕਰੰਟ ਫਲੋ ਇਨ ਬੋਥ ਸਾਈਡ CD ਬਿਕਮ ਅਨਇਕੁਅਲ। ਜਦੋਂ ਕਹਿੰਦਾ ਬੋਥ ਸਾਈਡਸ ਆਫ CD, ਦੋਨੇ ਪਾਸੇ ਜਿਹੜੇ ਸੀਟੀਜ਼ ਆ ਉਹਨਾਂ ਦਾ ਜਿਹੜਾ ਕਰੰਟ ਹੈ ਇਨਕਮਿੰਗ ਆਊਟਗੋਇੰਗ ਕਰੰਟ ਜਿਹੜੇ ਨੇ ਉਹ ਜਦੋਂ ਅਨਇਕੁਅਲ ਹੋ ਜਾਣਗੇ ਉਦੋਂ ਇਹ ਰਿਲੇ ਜਿਹੜੀ ਆ ਆਪਰੇਟਿਵ ਹੋਏਗੀ। ਤਾਂ ਅਨਬੈਲੈਂਸ ਕਰੰਟ ਫਲੋ ਇਨ ਦਾ ਰਿਲੇ ਆਪਰੇਟਿੰਗ ਕੋਇਲ। ਕਹਿੰਦਾ ਉਸ ਕੰਡੀਸ਼ਨ 'ਚ ਜਿਹੜਾ ਅਨਬੈਲੈਂਸ ਕਰੰਟ ਜਿਹੜਾ ਉਹ ਕਿੱਥੋਂ ਦੀ ਫਲੋ ਕਰੂਗਾ, ਕਿਉਂਕਿ ਜਾਣਾ ਤਾਂ ਵਾਇਰਸ ਦੇ ਵਿੱਚੋਂ ਦੀ ਹੈ ਤੇ ਵਾਇਰਸ ਕਿੱਥੋਂ ਦੀ ਹੋ ਕੇ ਜਾਂਦੀਆਂ ਰਿਲੇ ਕੋਇਲ ਦੇ ਵਿੱਚ। ਰਿਲੇ ਕੋਇਲ ਦੇ ਵਿੱਚ ਕਹਿੰਦਾ ਅਨਬੈਲੈਂਸ ਕਰੰਟ ਜਿਹੜਾ ਉਹ ਫਲੋ ਕਰੂਗਾ। ਰਿਲੇ ਕਿਹੜੀ ਟ੍ਰਿਪ ਰਿਲੇ ਕੋਇਲ ਜਿਹੜੀ ਆ ਉਹਦੀ ਟ੍ਰਿਪ ਦੀ ਰਿਲੇ ਦੀ ਜਿਹੜੀ ਟ੍ਰਿਪ ਕੋਇਲ ਆ ਉਹਦੇ ਵਿੱਚੋਂ ਦੀ ਇਹ ਜਿਹੜਾ ਕਰੰਟ ਆ ਫਲੋ ਕਰੂਗਾ। ਇਫ ਦਾ ਕਰੰਟ ਇਨ ਦਾ ਰਿਲੇ ਆਪਰੇਟਿੰਗ ਕੋਇਲ ਇਜ਼ ਹਾਇਰ ਦੈਨ ਦਾ ਪਿਕਅਪ ਵੈਲਿਊ। ਹੁਣ ਤੁਸੀਂ ਪਹਿਲਾਂ ਆਪਾਂ ਜਿੱਦਾਂ ਪੜ੍ਹਿਆ ਕਿ ਰਿਲੇ ਦੇ ਵਿੱਚ ਪਿਕ ਵੈਲਿਊ ਕਰੰਟ ਹੁੰਦਾ ਹੈ, ਪਿਕਅਪ ਵੈਲਿਊ ਜਿੱਥੇ ਜਾ ਕੇ ਰਿਲੇ ਆਪਰੇਟ ਕਰਦੀ ਆ। ਕਹਿੰਦਾ ਅਗਰ ਇਹ ਕਰੰਟ ਉਸ ਆਪਰੇਟਿੰਗ ਵੈਲਿਊ ਤੋਂ ਪਿਕਅਪ ਵੈਲਿਊ ਤੋਂ ਜ਼ਿਆਦਾ ਹੋ ਜਾਏਗਾ ਤਾਂ ਕੀ ਕਰੇਗਾ? ਦੈਨ ਦਾ ਰਿਲੇ ਸੈਂਡ ਦਾ ਟ੍ਰਿਪ ਕਮਾਂਡ ਟੂ ਦਾ ਸਰਕਟ ਬ੍ਰੇਕਰ। ਉਸ ਕੰਡੀਸ਼ਨ ਦੇ ਵਿੱਚ ਰਿਲੇ ਜਿਹੜੀ ਆ ਉਹ ਸਰਕਟ ਬ੍ਰੇਕਰ ਨੂੰ ਟ੍ਰਿਪ ਕਮਾਂਡ ਭੇਜ ਦੇਗੀ। ਮਤਲਬ ਵਰਕਿੰਗ ਦੇ ਵਿੱਚ ਕੀ ਹੈ ਕਿ ਜਿਹੜੇ ਜਦੋਂ CD ਦੇ ਵਿੱਚ ਅਨਬੈਲੈਂਸਡ ਅਨਇਕੁਅਲ ਕਰੰਟ ਜਿਹੜਾ ਫਲੋ ਕਰੂਗਾ ਉਦੋਂ ਸਾਡੀਆਂ ਰਿਲੇ ਜਿਹੜੀਆਂ ਉਹ ਐਨਰਜਾਈਜ਼ਡ ਹੋ ਕੇ ਟ੍ਰਿਪ ਸਰਕਟ ਨੂੰ ਕਮਾਂਡ ਦੇਣਗੀਆਂ ਤੇ ਸਾਡਾ ਸਰਕਟ ਬ੍ਰੇਕਰ ਦਾ ਆਈਸੋਲੇਟ ਕਰ ਦੇਗਾ ਪੂਰੇ ਸਰਕਟ ਨੂੰ। ਇਸ ਤਰ੍ਹਾਂ ਦੀ ਵਰਕਿੰਗ ਜਿਹੜੀ ਹੈਗੀ ਹੈ। ਕੰਡੀਸ਼ਨਸ ਆਪਾਂ ਟਰਨ ਵਾਈਜ਼ ਡਿਸਕਸ ਕਰਦੇ ਹਾਂ। ਦੇਖੋ ਕਹਿੰਦਾ ਇਨ ਕੇਸ ਆਫ ਪਾਵਰ ਟਰਾਂਸਫਾਰਮਰਸ there is an inherent phase difference between voltage induced in high voltage winding and low voltage winding। ਕਹਿੰਦਾ ਪਾਵਰ ਟਰਾਂਸਫਾਰਮਰਸ ਦੇ ਵਿੱਚ ਜਿਹੜਾ ਆ ਉਹ ਫੇਸ ਡਿਫਰੈਂਸ ਆਟੋਮੈਟਿਕਲੀ ਕ੍ਰੀਏਟ ਹੋ ਜਾਂਦਾ ਹਾਈ ਵੋਲਟੇਜ ਤੋਂ ਜਾਂ ਲੋ ਵੋਲਟੇਜ ਦੇ ਵਿੱਚ। ਆਪਾਂ ਜਦੋਂ ਉਹਨੂੰ ਕਨਵਰਟ ਕਰਦੇ ਹਾਂ ਵੋਲਟੇਜ ਮਤਲਬ ਹਾਈ ਤੋਂ ਲੈ ਕੇ ਜਦੋਂ ਲੋ ਵੋਲਟੇਜ ਕਨਵਰਟ ਹੁੰਦੀ ਹੈ ਤਾਂ ਉਹ ਆਟੋਮੈਟਿਕਲੀ ਫੇਸ ਡਿਫਰੈਂਸ ਜਿਹੜਾ ਉਹ ਕ੍ਰੀਏਟ ਹੋ ਜਾਂਦਾ। ਕਹਿੰਦਾ ਡਿਊ ਟੂ ਦਿਸ ਸੈਕੰਡ ਪੁਆਇੰਟ, ਡਿਊ ਟੂ ਦਿਸ there exists a phase difference between the line current on primary and secondary sides of power transformer। ਹੁਣ ਕਿਉਂਕਿ ਵੋਲਟੇਜ ਫੇਸ ਡਿਫਰੈਂਸ ਕ੍ਰੀਏਟ ਹੋ ਗਿਆ ਉਹਦੇ ਕਰਕੇ ਕਹਿੰਦਾ ਆਟੋਮੈਟਿਕਲੀ ਪ੍ਰਾਇਮਰੀ ਤੇ ਸੈਕੰਡਰੀ ਵਾਈਂਡਿੰਗ ਜਿਹੜੀਆਂ ਪਾਵਰ ਟਰਾਂਸਫਾਰਮਰ ਦੀਆਂ ਉਹਨਾਂ ਦੇ ਕਰੰਟਸ ਦੇ ਵਿੱਚ ਵੀ ਫੇਸ ਡਿਫਰੈਂਸ ਜਿਹੜਾ ਉਹ ਕ੍ਰੀਏਟ ਹੋ ਜਾਊਗਾ। ਦਿਸ ਇੰਟਰੋਡਿਊਸਿਸ ਦਾ ਫੇਸ ਡਿਫਰੈਂਸ ਬਿਟਵੀਨ ਦਾ CD ਸੈਕੰਡਰੀ ਕਰੰਟਸ ਔਨ ਟੂ ਸਾਈਡਸ ਆਫ ਪਾਵਰ। ਹੁਣ ਉਹ ਜਿਹੜਾ ਫੇਸ ਡਿਫਰੈਂਸ ਆ ਉਹ ਕਹਿੰਦਾ ਨੈਚੁਰਲ ਹੈ ਕਿ CD ਜਿਹੜਾ ਕਰੰਟ ਫਲੋ ਕਰਦਾ ਜਾਂ ਕਰੰਟ ਇੰਡਿਊਸ ਹੁੰਦਾ ਉਹ ਡਿਊ ਟੂ ਪ੍ਰਾਇਮਰੀ ਜਾਂ ਸੈਕੰਡਰੀ ਦੇ ਵਿੱਚ ਜੋ ਕਰੰਟਸ ਚੱਲਦੇ ਆ ਉਹਨਾਂ ਕਰਕੇ। ਇਸ ਕਰਕੇ ਕਹਿੰਦਾ ਉਹ CD ਦੇ ਵਿੱਚ ਵੀ ਜਿਹੜੀਆਂ ਸੈਕੰਡਰੀ ਕਰੰਟਸ ਨੇ ਬਣਨਗੇ ਉਹਨਾਂ ਵਿੱਚ ਵੀ ਉਹ ਫੇਸ ਡਿਫਰੈਂਸ ਜਿਹੜਾ ਦੋਨਾਂ ਕਰੰਟਸ ਦੇ ਵਿੱਚ ਆਪਸ ਚ ਫੇਸ ਡਿਫਰੈਂਸ ਜਿਹੜਾ ਉਹ ਜਨਰੇਟ ਹੋ ਜਾਂਦਾ। ਕਹਿੰਦਾ ਥਰੂ ਦਾ ਟਰਨ ਰੇਸ਼ੋ ਆਫ CDs ਆਰ ਸਿਲੈਕਟਡ ਟੂ ਕੰਪਨਸੇਟ ਫॉर ਟਰਨ ਰੇਸ਼ੋ ਆਫ ਟਰਾਂਸਫਾਰਮਰਸ। ਕਹਿੰਦਾ CDs ਦੇ ਥਰੂ ਜਦੋਂ ਆਪਾਂ ਟਰਨ ਰੇਸ਼ੋ ਜਿਹੜੀ ਆ ਉਹ ਕੰਪਨਸੇਟ ਕਰਦੇ ਆ ਗਿਆ ਜਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਡਿਫਰੈਂਸ਼ੀਅਲ ਕਰੰਟ ਮੇ ਰਿਜ਼ਲਟ ਡਿਊ ਟੂ ਫੇਸ ਡਿਫਰੈਂਸ ਬਿਟਵੀਨ ਦਾ ਕਰੰਟਸ ਔਨ ਟੂ ਸਾਈਡਸ। ਕਹਿੰਦਾ ਡਿਫਰੈਂਸ਼ੀਅਲ ਕਰੰਟ ਆਪਾਂ ਟਰਨ ਰੇਸ਼ੋ ਕੋਸ਼ਿਸ਼ ਕੀਤੀ ਸੈੱਟ ਕੀਤੇ ਬਟ ਉਹਦੇ ਨਾਲ ਕੀ ਹੁੰਦਾ ਕਹਿੰਦਾ ਡਿਫਰੈਂਸ਼ੀਅਲ ਕਰੰਟ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈਗਾ। ਡਿਫਰੈਂਸ਼ੀਅਲ ਕਰੰਟ ਮੀਨਸ ਡਿਫਰੈਂਸ ਬਿਟਵੀਨ ਦਾ ਕਰੰਟਸ ਉਹ ਕ੍ਰੀਏਟ ਹੋ ਜਾਂਦਾ। ਉਹਦੇ ਰਿਜ਼ਲਟ ਕਰਕੇ ਜਿਹੜਾ ਕ੍ਰੀਏਟ ਹੁੰਦਾ ਉਹਦੇ ਵਿੱਚ ਕਹਿੰਦਾ ਸੱਚ ਲਾਸਟ ਪੁਆਇੰਟ ਸੱਚ ਡਿਫਰੈਂਸ਼ੀਅਲ ਕਰੰਟ ਜਿਹੜਾ ਦੋਨਾਂ ਦਾ ਡਿਫਰੈਂਸ ਜਿਹੜਾ ਕ੍ਰੀਏਟ ਹੋ ਗਿਆ CD ਵਿੱਚ ਡਿਊ ਟੂ ਫੇਸ ਡਿਫਰੈਂਸ ਕਰਕੇ CD ਦੇ ਕਰੰਟਸ ਵਿੱਚ ਜਿਹੜਾ ਫੇਸ ਡਿਫਰੈਂਸ ਕਰਕੇ ਡਿਫਰੈਂਸ਼ੀਅਲ ਕਰੰਟ ਜਿਹੜਾ ਫਲੋ ਕਰਨ ਲੱਗ ਪਿਆ ਉਹ ਕਹਿੰਦਾ ਸੱਚ ਏ ਡਿਫਰੈਂਸ਼ੀਅਲ ਕਰੰਟ ਮੇ ਆਪਰੇਟ ਦਾ ਰਿਲੇ ਥਰੂ ਥਾਓ ਦੇयर ਇਜ਼ ਨੋ ਫਾਲਟ। ਭਾਵੇਂ ਕਹਿੰਦਾ ਉੱਥੇ ਕੋਈ ਫਾਲਟ ਵੀ ਨਹੀਂ ਆ ਤਾਂ ਵੀ ਕਹਿੰਦਾ ਕਿਉਂਕਿ ਫੇਸ ਡਿਫਰੈਂਸ ਹੋਇਆ ਸੀ ਫੇਸ ਡਿਫਰੈਂਸ CD ਤੱਕ ਪਹੁੰਚਿਆ CD ਦੀ ਟੈਪ ਟਰਨ ਰੇਸ਼ੋ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਹਿੰਦਾ ਥੋੜਾ ਜਿਹਾ ਡਿਫਰੈਂਸ਼ੀਅਲ ਕਰੰਟ ਜਿਹੜਾ ਉਹ ਫਲੋ ਕਰਨਾ ਪੈਂਦਾ। ਡਿਊ ਟੂ ਦੈਟ ਡਿਫਰੈਂਸ਼ੀਅਲ ਕਰੰਟ ਸਾਡੀ ਰਿਲੇ ਦੇ ਵਿੱਚ ਭਾਵੇਂ ਕੋਈ ਫਾਲਟ ਨਹੀਂ ਵੀ ਆ ਤਾਂ ਵੀ ਰਿਲੇ ਜਿਹੜੀ ਸਾਡੀ ਉਹ ਆਪਰੇਟ ਹੋ ਜਾਂਦੀ ਆ। ਸੋ ਕਹਿੰਦਾ ਇਟ ਇਜ਼ ਨੈਸੈਸਰੀ ਟੂ ਕਰੈਕਟ ਦਾ ਫੇਸ ਡਿਫਰੈਂਸ। ਇਸ ਕਰਕੇ ਕਹਿੰਦਾ ਸਾਨੂੰ ਜਿਹੜਾ ਫੇਸ ਡਿਫਰੈਂਸ ਕ੍ਰੀਏਟ ਹੋ ਜਾਂਦਾ ਪਾਵਰ ਟਰਾਂਸਫਾਰਮਰ 'ਚ ਕ੍ਰੀਏਟ ਹੋ ਗਿਆ ਨੋ ਪ੍ਰੋਬਲਮ ਹੋ ਗਿਆ ਪਰ ਆਪਾਂ ਉਹਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿੱਦਾਂ CD ਦੇ ਕਨੈਕਸ਼ਨਸ ਦੇ ਨਾਲ। ਉਹ ਆਪਾਂ ਹੁਣੇ ਡਿਸਕਸ ਕਰਦੇ ਹਾਂ। ਹੁਣ ਦੇਖੋ ਇੱਥੇ
ਕਿ ਜਿਹੜਾ ਡਿਊ ਟੂ ਫੇਸ ਡਿਫਰੈਂਸ ਜੋ ਡਿਫਰੈਂਸ਼ੀਅਲ ਕਰੰਟ ਫਲੋ ਕੀਤਾ ਉਹ ਆਪਾਂ ਕਿੱਦਾਂ ਉਹਨੂੰ ਕੰਪਨਸੇਟ ਕਰ ਸਕਦੇ ਹਾਂ, ਕਿੱਦਾਂ ਉਹਨੂੰ ਐਡਜਸਟ ਕਰ ਸਕਦੇ ਹਾਂ ਬਾਈ ਚੇਂਜਿੰਗ ਦਾ ਕਨੈਕਸ਼ਨ ਆਫ ਸਿਟੀ ਟਰਾਂਸਫਾਰਮਰਸ। ਸਿਟੀ ਟਰਾਂਸਫਾਰਮਰ ਦੀ ਜਿਹੜੀ ਸੈਕੰਡਰੀਜ਼ ਆ ਉਹਨਾਂ ਦੇ ਆਪਾਂ ਜਿਹੜਾ ਕਨੈਕਸ਼ਨ ਕਰਨੇ ਆ ਉਹ ਕਿਸ ਤਰ੍ਹਾਂ ਕਰਨੇ ਆ, ਉਹਦੇ ਨਾਲ ਆਪਾਂ ਕਨੈਕਸ਼ਨ ਸਿਰਫ ਕਰਨ ਦੇ ਨਾਲ ਹੀ ਆਪਾਂ ਉਸ ਚੀਜ਼ ਨੂੰ ਫੇਸ ਡਿਫਰੈਂਸ ਨੂੰ ਐਡਜਸਟ ਕਰ ਸਕਦੇ ਹਾਂ, ਕਿਉਂਕਿ ਸਾਡਾ ਜਿਹੜਾ ਡਿਫਰੈਂਸ਼ੀਅਲ ਕਰੰਟ ਫਲੋ ਕਰਦਾ ਹੈਗਾ ਸਿਟੀ ਦੇ ਵਿੱਚ ਨਾਰਮਲ ਕੰਡੀਸ਼ਨ ਦੇ ਵਿੱਚ ਵੀ ਉਹ ਸਿਰਫ ਫੇਸ ਡਿਫਰੈਂਸ ਕਰਕੇ ਕਰਦਾ। ਅਗਰ ਆਪਾਂ ਉਹਨੂੰ ਠੀਕ ਕਰ ਦਿਆਂਗੇ ਤਾਂ ਉਹ ਜਿਹੜਾ ਡਿਫਰੈਂਸ਼ੀਅਲ ਕਰੰਟ ਆ ਨਾਰਮਲ ਕੰਡੀਸ਼ਨ ਦੇ ਵਿੱਚ ਉਹਨੇ ਫਲੋ ਕਰੂਗਾ ਤੇ ਸਾਡੀ ਜਿਹੜੀ ਆ ਰਿਲੇ ਆ ਉਹ ਟ੍ਰਿਪ ਨਹੀਂ ਕਰੇਗੀ ਵਿਦਾਊਟ ਫਾਲਟ। ਉਹ ਕਿੱਦਾਂ ਕਰਨਾ ਕਨੈਕਸ਼ਨ ਦੇਖੋ ਟੇਬਲ ਦੇ ਵਿੱਚ ਬੜੇ ਕਲੀਅਰ ਦੱਸਿਆ, ਪਾਵਰ ਟਰਾਂਸਫਾਰਮ ਕਨੈਕਸ਼ਨ ਲੈਫਟ ਸਾਈਡ ਤੇ ਦੂਜੇ ਪਾਸੇ ਦੱਸਿਆ ਸਿਟੀ ਕਨੈਕਸ਼ਨ ਕਿੱਦਾਂ ਕਰਨੇ ਆ। ਹੁਣ ਮੰਨ ਲਓ ਜੇ ਅਗਰ ਪਾਵਰ ਟਰਾਂਸਫਾਰਮਰ ਪਹਿਲਾ 1 ਨੰਬਰ ਵਾਲਾ ਦੇਖੋ, ਅਗਰ ਪਾਵਰ ਟਰਾਂਸਫਾਰਮਰ ਦੇ ਪ੍ਰਾਇਮਰੀ ਦੇ ਵਿੱਚ ਤੁਸੀਂ ਸਟਾਰ 'ਚ ਕਨੈਕਸ਼ਨ ਕਰਦੇ ਆ ਤਾਂ ਸਿਟੀ ਦੀ ਪ੍ਰਾਇਮਰੀ ਨੂੰ ਡੈਲਟਾ ਵਿੱਚ ਕਨੈਕਟ ਕਰਨਾ ਪਊਗਾ। ਅਗਰ ਪਾਵਰ ਟਰਾਂਸਫਾਰਮਰ ਦੀ ਸੈਕੰਡਰੀ ਨੂੰ ਤੁਸੀਂ ਡੈਲਟਾ 'ਚ ਕਨੈਕਟ ਕੀਤਾ ਆ ਤਾਂ ਸਿਟੀ ਟਰਾਂਸਫਾਰਮਰ ਜਿਹੜਾ ਆ ਉਹਦੀ ਸੈਕੰਡਰੀ ਨੂੰ ਤੁਸੀਂ ਸਟਾਰ 'ਚ ਕਰਨਾ। ਮਤਲਬ ਅਗਰ ਇਧਰਲੇ ਪਾਸੇ ਸਟਾਰ 'ਚ ਆ ਤਾਂ ਦੂਜੇ ਪਾਸੇ ਉਹੀ ਵਾਈਂਡਿੰਗ ਡੈਲਟਾ 'ਚ ਕਨੈਕਟ ਕਰਾਂਗੇ। ਅਗਰ ਇਧਰਲੇ ਪਾਸੇ ਡੈਲਟਾ 'ਚ ਆ ਤਾਂ ਦੂਜੇ ਪਾਸੇ ਉਹ ਸੇਮ ਸਟਾਰ 'ਚ ਕਰਾਂਗੇ। ਦੂਜੇ ਨੰਬਰ 'ਚ ਦੇਖੋ ਅਗਰ ਕਹਿੰਦਾ ਇੱਧਰ ਡੈਲਟਾ ਡੈਲਟਾ ਹੈ ਤਾਂ ਦੂਜੇ ਪਾਸੇ ਦੋਨੇ ਸਟਾਰ ਸਟਾਰ ਬਣਾਵਾਂਗੇ। ਅਗਰ ਇੱਧਰਲੇ ਪਾਸੇ ਦੋਨੇ ਸਟਾਰ ਸਟਾਰ ਆ ਤਾਂ ਦੂਜੇ ਪਾਸੇ ਡੈਲਟਾ ਡੈਲਟਾ ਕਰਾਂਗੇ। ਅਗਰ ਪਾਵਰ ਟਰਾਂਸਫਾਰਮਰ 'ਚ ਡੈਲਟਾ ਸਟਾਰ ਆ ਤਾਂ ਦੂਜੇ ਪਾਸੇ ਤੁਹਾਨੂੰ ਸਟਾਰ ਡੈਲਟਾ ਮੀਨਸ ਡੈਲਟਾ ਸਟਾਰ ਸਟਾਰ ਡੈਲਟਾ। ਇਸ ਤਰ੍ਹਾਂ ਅਗਰ ਆਪਾਂ ਕਨੈਕਸ਼ਨ ਕਰ ਦਈਏ ਇਸ ਰਿਲੇ ਦੇ ਵਿੱਚ ਸਿਟੀ ਦੇ ਤਾਂ ਸਾਡੀ ਜਿਹੜੀ ਆ ਉਹ ਫੇਸ ਡਿਫਰੈਂਸ ਆ ਡਿਊ ਟੂ ਫੇਸ ਡਿਫਰੈਂਸ ਕਰਕੇ ਜਿਹੜਾ ਡਿਫਰੈਂਸ਼ੀਅਲ ਕਰੰਟ ਫਲੋ ਕਰਦਾ ਹੈਗਾ ਉਹ ਨਹੀਂ ਫਲੋ ਕਰੂਗਾ ਤੇ ਸਾਡੀ ਰਿਲੇ ਜਿਹੜੀ ਆ ਨਾਰਮਲ ਵਰਕ ਕਰਦੀ ਰਹੂਗੀ। ਇਦਾਂ ਇਹ ਕੰਡੀਸ਼ਨਸ ਜਿਹੜੀਆਂ ਇੰਪਲੀਮੈਂਟ ਹੁੰਦੀਆਂ ਸਿਰਫ ਟਰਾਂਸਫਾਰਮਰ ਵਾਲੇ ਕੇਸ 'ਚ, ਆਲਟਰਨੇਟਰ ਵਾਲੇ ਕੇਸ 'ਚ ਨਹੀਂ ਆ, ਓਨਲੀ ਟਰਾਂਸਫਾਰਮਰ ਵਾਲੇ ਕੇਸ, ਕਿਉਂਕਿ ਇੱਥੇ ਵਿੱਚ ਵੋਲਟੇਜ ਜਿਹੜੀ ਆ ਇੰਡਿਊਸਡ ਵੋਲਟੇਜ ਡਿਊ ਟੂ ਇੰਡਕਸ਼ਨ ਵੋਲਟੇਜ ਜਨਰੇਟ ਹੁੰਦੀ ਹੈ, ਇਸ ਕਰਕੇ ਫੇਸ ਡਿਫਰੈਂਸ ਕ੍ਰੀਏਟ ਹੋ ਜਾਂਦਾ। ਉਸ ਫੇਸ ਡਿਫਰੈਂਸ ਨੂੰ ਕਰੈਕਟ ਕਰਨ ਲਈ ਆਪਾਂ ਇਹ ਕਨੈਕਸ਼ਨ ਕਰਦੇ ਹੈਗੇ।